ਅੱਜ जी सर। मैं ਸਾਰੇ ਭੈਣਾਂ ਔਰ ਭਰਾਵਾਂ ਦਾ ਸਵਾਗਤ ਕਰਦਾ ਇਸ ਵੈਬੀਨਾਰ ਦੇ ਵਿੱਚ, ਜਿਹਦੇ ਵਿੱਚ ਤੁਸੀਂ ਸਾਡੀ ਰੱਖਿਆ ਪ੍ਰਣਾਲੀ ਜੋ ਸਾਡੇ ਸਰੀਰ ਦੇ ਵਿੱਚ ਐਕਸਟਰਨਲ ਥ੍ਰੈਟਸ ਦੇ ਮੁਤਾਬਕ ਹੁੰਦੀ ਆ, ਉਹਦੇ ਲਈ ਅਸੀਂ ਡਿਸਕਸ ਕਰਾਂਗੇ ਔਰ ਉਹਦੇ ਲਈ ਇੱਕ ਖਾਸ ਕਿਸਮ ਦੀ ਨੌਲੇਜ ਤੁਹਾਨੂੰ ਦੇਵਾਂਗੇ, ਜਿਹੜੀ ਕਿ ਤੁਹਾਡੇ ਲਈ ਬਹੁਤ ਲਾਹੇਵੰਦੀ ਹੋਏਗੀ। ਔਰ ਅਗਰ ਤੁਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓਗੇ ਤੇ ਡੈਫੀਨੇਟਲੀ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਔਰ ਇਹ ਰੱਖਿਆ ਪ੍ਰਣਾਲੀ ਕੀ ਹੈ? ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਦੇ ਲਈ ਰੱਖਿਆ, ਆਪਣੇ ਆਪ ਨੂੰ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਇਹ ਥ੍ਰੈਟਸ ਬਾਹਰੋਂ ਵੀ ਹੋ ਸਕਦੀਆਂ ਔਰ ਸਾਡੇ ਅੰਦਰੋਂ ਵੀ ਹੋ ਸਕਦੀਆਂ। ਇਹ ਥ੍ਰੈਟਸ ਜਿਹੜੀਆਂ ਹੈ ਇਹ ਵੱਡੀਆਂ ਵੀ ਹੋ ਸਕਦੀਆਂ ਔਰ ਬਹੁਤ ਛੋਟੀਆਂ ਵੀ ਹੋ ਸਕਦੀਆਂ। ਵੱਡੀਆਂ ਥ੍ਰੈਟਸ ਕਿਸ ਤਰ੍ਹਾਂ ਹੈ? ਜਿਸ ਤਰ੍ਹਾਂ ਕਿ ਕੋਈ ਤੁਸੀਂ ਸੜਕ ਦੇ ਉੱਤੇ ਜਾਂਦੇ ਹੋ ਔਰ ਤੁਹਾਨੂੰ ਕੋਈ ਕਾਰ ਆਉਂਦੀ ਜਾਂ ਕੋਈ ਵਹੀਕਲ ਆਉਂਦਾ, ਸਾਹਮਣੇ ਆਉਂਦਾ, ਤੇ ਤੁਸੀਂ ਉਹਦੇ ਤੋਂ ਬਚਣਾ ਆ। ਉਹ ਕਿਸ ਤਰ੍ਹਾਂ ਬਚਣਾ ਆ? ਇਹ ਵੀ ਇੱਕ ਰੱਖਿਆ ਪ੍ਰਣਾਲੀ ਦਾ ਹਿੱਸਾ ਹੈ, ਜਿਹੜਾ ਕਿ ਤੁਹਾਡਾ ਦਿਮਾਗ ਜਿਹੜਾ ਹੈ ਉਹ ਤੁਹਾਨੂੰ ਦੱਸਦਾ ਹੈ ਕਿ ਇਹ ਥ੍ਰੈਟ ਆ ਰਹੀ ਹੈ ਔਰ ਤੁਸੀਂ ਇਸ ਤੋਂ ਬਚਣਾ ਹੈ। ਤੇ ਦੂਸਰੀ ਥ੍ਰੈਟਸ ਐਸੀਆਂ ਹੈ ਜਿਹੜੀਆਂ ਛੋਟੀਆਂ ਥ੍ਰੈਟਸ ਹੈਗੀਆਂ, ਜਿਹੜੀਆਂ ਕਿ ਤੁਹਾਨੂੰ ਦਿਸਦੀਆਂ ਨਹੀਂ ਹੈ। ਵੱਡੀਆਂ ਥ੍ਰੈਟਸ ਲਈ ਤਾਂ ਸਾਡੇ ਕੋਲ ਪਰਮਾਤਮਾ ਨੇ ਸੈਂਸਿਸ ਦਿੱਤੀਆਂ ਆ, ਜਿਸ ਤਰ੍ਹਾਂ ਕਿ ਅੱਖਾਂ ਦਿੱਤੀਆਂ ਆ, ਕੰਨ ਦਿੱਤੇ ਆ, ਛੂ ਦੀ ਟੱਚ ਸਿਸਟਮ ਦਿੱਤਾ ਹੈ ਔਰ ਟੇਸਟ ਸਿਸਟਮ ਦਿੱਤਾ ਹੈਗਾ। ਉਹਦੇ ਨਾਲ ਅਸੀਂ ਜੱਜ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ। ਪਰ ਜਿਹੜੀਆਂ ਛੋਟੀਆਂ ਥ੍ਰੈਟਸ ਹੈਗੀਆਂ ਆ, ਜਿਹੜੀਆਂ ਕਿ ਸਾਨੂੰ ਦਿਸਦੀਆਂ ਨਹੀਂ ਹੈ, ਉਹਨਾਂ ਬਾਰੇ ਅਸੀਂ ਅੱਜ ਖਾਸ ਤੌਰ ਦੇ ਉੱਤੇ ਗੱਲ ਕਰਾਂਗੇ ਕਿ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਬਚਣਾ ਹੈਗਾ ਆ। ਔਰ ਇਹ ਥ੍ਰੈਟਸ ਜਿਹੜੀਆਂ ਹੈਗੀਆਂ ਆ ਅਸੀਂ ਦੇਖ ਨਹੀਂ ਸਕਦੇ, ਕਿਉਂਕਿ ਜਦ ਅਸੀਂ ਦੇਖ ਨਹੀਂ ਸਕਦੇ ਤੇ ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਹੈਗੇ ਆ। ਇਹ ਪਰ ਪ੍ਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਇੱਕ ਐਸਾ ਸਿਸਟਮ ਬਣਾਇਆ ਹੋਇਆ ਆ, ਜਿਸ ਦੇ ਨਾਲ ਕਿ ਅਸੀਂ ਉਹ ਆਪਣੇ ਆਪ ਹੀ ਉਹਨਾਂ ਤੋਂ ਬਚ ਸਕਦੇ ਹਾਂ, ਅਗਰ ਅਸੀਂ ਆਪਣਾ ਥੋੜਾ ਬਹੁਤ ਖਿਆਲ ਰੱਖੀਏ। ਉਹ ਖਿਆਲ ਕੀ ਹੈ, ਉਹ ਅਸੀਂ ਆਪਣੇ ਇਸ ਵੈਬੀਨਾਰ ਦੇ ਵਿੱਚ ਡਿਸਕਸ ਕਰਾਂਗੇ। ਇਹ ਜਿਹੜੀ ਸਾਡੇ ਸਰੀਰ ਦੇ ਵਿੱਚ ਇਮਿਊਨਿਟੀ ਹੈ, ਇਮਿਊਨਿਟੀ ਰੱਖਿਆ ਪ੍ਰਣਾਲੀ ਹੈ, ਇਹ 5 ਤਰ੍ਹਾਂ ਦੀ ਹੁੰਦੀ ਹੈ। ਔਰ ਇਹ ਰੱਖਿਆ ਪ੍ਰਣਾਲੀ ਇੱਕ ਤਾਂ ਐਕਟਿਵ ਹੈਗੀ ਆ, ਜਿਹੜੀ ਕਿ ਜਦੋਂ ਸਾਨੂੰ ਕੋਈ ਬਿਮਾਰੀ ਲੱਗਦੀ ਹੈ ਤੇ ਉਹ ਤੋਂ ਬਾਅਦ ਸਾਡੇ ਬਾਡੀ ਦੇ ਵਿੱਚ ਇਸ ਤਰ੍ਹਾਂ ਦੇ ਅੰਦਰ ਕਿਰਿਆਵਾਂ ਹੁੰਦੀਆਂ ਆ, ਜਿਹਦੇ ਨਾਲ ਕਿ ਅਸੀਂ ਉਸ ਬਿਮਾਰੀ ਤੋਂ ਦੁਬਾਰਾ ਬਚ ਸਕਦੇ ਹਾਂ ਤੇ ਦੁਬਾਰਾ ਫਿਰ ਉਹ ਸਾਨੂੰ ਬਿਮਾਰੀ ਨਹੀਂ ਹੁੰਦੀ, ਕਿਉਂਕਿ ਸਾਡੀ ਰੱਖਿਆ ਪ੍ਰਣਾਲੀ ਜਿਹੜੀ ਹੈ ਉਹ ਐਂਟੀਬਾਡੀਜ਼ ਦੀ ਸ਼ਕਲ ਦੇ ਵਿੱਚ ਬਣ ਜਾਂਦੀ ਹੈ ਔਰ ਫਿਰ ਉਹ ਸਾਨੂੰ ਉਹਦੇ ਤੋਂ ਬਚਾ ਲੈਂਦੀ ਹੈ। ਦੂਜੀ ਹੈ ਪੈਸਿਵ ਇਮਿਊਨਿਟੀ। ਇਹ ਹੈ, ਪਹਿਲੀ ਹੈ ਐਕਟਿਵ ਇਮਿਊਨਿਟੀ, ਦੂਜੀ ਹੈ ਪੈਸਿਵ ਇਮਿਊਨਿਟੀ। ਪੈਸਿਵ ਇਮਿਊਨਿਟੀ ਇਹ ਹੁੰਦੀ ਹੈ ਕਿ ਇਹ ਸਾਡੀਆਂ ਅਸੀਂ ਬਾਹਰੋਂ ਜਿਹੜੀ ਐਂਟੀਬਾਡੀਜ਼ ਆ ਉਹ ਸਾਨੂੰ ਮਿਲਦੀਆਂ। ਜਿਸ ਤਰ੍ਹਾਂ ਕਿ ਇੱਕ ਬੱਚੇ ਨੂੰ ਉਹ ਆਪਣੀ ਮਾਂ ਵੱਲੋਂ ਪੈਸਿਵ ਤੌਰ ਦੇ ਉੱਤੇ ਇਮਿਊਨਿਟੀ ਮਿਲ ਜਾਂਦੀ ਹੈ, ਐਂਟੀਬਾਡੀਜ਼ ਮਿਲ ਜਾਂਦੀਆਂ, ਤੇ ਉਹ ਬੱਚਾ ਜਿਹੜਾ ਆ ਸੁਰੱਖਿਅਤ ਹੋ ਜਾਂਦਾ ਬੌਬ ਦੇ ਵਿੱਚ ਵੀ ਤੇ ਬਾਹਰ ਆ ਕੇ। ਫਿਰ ਤੀਜੇ ਟਾਈਪ ਦੀ ਨੈਚੁਰਲ ਇਮਿਊਨਿਟੀ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਕਰੋਨਾ ਦਾ ਸੀਜ਼ਨ ਹੋ ਕੇ ਹਟਿਆ ਆ ਔਰ ਉਸ ਤੋਂ ਬਾਅਦ ਜਿਹੜੀ ਲੋਕਾਂ ਨੂੰ, ਆਮ ਸਾਰੇ ਲੋਕਾਂ ਨੂੰ ਇਮਿਊਨਿਟੀ ਹੋ ਗਈ ਨੈਚੁਰਲ ਟਾਈਪ ਦੇ ਵਿੱਚ, ਕਿਉਂਕਿ এনवायरमेंट ਦੇ ਵਿੱਚੋਂ ਹੋ ਗਈ ਆ ਔਰ ਇੱਕ ਦੂਜੇ ਦੇ ਛੂਣ ਨਾ ਹੋ ਗਿਆ ਜਾਂ ਇੱਕ ਦੂਜੇ ਦੇ ਲਾਗ ਦੇ ਨਾਲ ਹੋ ਗਈ ਆ, ਉਹਨੂੰ ਅਸੀਂ ਨੈਚੁਰਲ ਇਮਿਊਨਿਟੀ ਕਹਿੰਦੇ ਆ। ਤੇ ਇਸ ਤੋਂ ਬਾਅਦ ਇੱਕ ਆਰਟੀਫਿਸ਼ੀਅਲ ਇਮਿਊਨਿਟੀ ਵੀ ਹੈ, ਜਿਹੜੀ ਕਿ ਅਸੀਂ ਜੇ ਕਿਸੇ ਨੂੰ ਇਮਿਊਨਾਈਜ਼ਡ ਬਲੱਡ ਜਿਹੜਾ ਹੈ ਉਹ ਚੜਾ ਦਈਏ, ਜਾਂ ਮੋਨੋਕਲੋਨਲ ਐਂਟੀਬਾਡੀਜ਼ ਜਾਂ ਕੱਲੇ ਬਿਮਾਰੀ ਦੀਆਂ ਨੈਚੁਰਲੀ ਐਂਟੀਬਾਡੀਜ਼ ਉਹਨਾਂ ਦੇ ਸਰੀਰ ਦੇ ਵਿੱਚ ਪੇਸ਼ੈਂਟ ਦੇ ਦਾਖਲ ਕਰ ਦਈਏ, ਤਾਂ ਉਹਦੇ ਨਾਲ ਇੱਕ ਤਰ੍ਹਾਂ ਦੀ ਇਹ ਆਰਟੀਫਿਸ਼ੀਅਲ ਇਮਿਊਨਿਟੀ ਮਿਲ ਜਾਂਦੀ ਹੈ। ਇਹ ਇਮਿਊਨਿਟੀ ਕੰਮ ਕਿਸ ਤਰ੍ਹਾਂ ਕਰਦੀ ਹੈਗੀ ਹੈ, ਸਿਸਟਮ ਕੀ ਹੈ? ਇਮਿਊਨਿਟੀ ਦੀ ਕੰਮ ਕਰਨ ਦਾ ਤਰੀਕਾ ਜਿਹੜਾ ਹੈ, ਇੱਕ ਤਾਂ ਜਨਰਲ ਹੈ। ਜਨਰਲ ਕਿਸ ਤਰ੍ਹਾਂ ਹੈ ਕਿ ਬਾਡੀ ਨੂੰ ਪਤਾ ਨਹੀਂ ਹੈ ਕਿ ਇਹ ਜਿਹੜੀ ਸੂਖਸ਼ਮ ਥ੍ਰੈਟ ਆ ਰਹੀ ਆ ਇਹ ਕਿਹੜੀ ਹੈ,
ਇਸ ਨੂੰ ਅਸੀਂ ਇਨੇਟ ਇਮਿਊਨਿਟੀ ਕਹਿੰਦੇ ਆ। ਇਨੇਟ ਇਮਿਊਨਿਟੀ ਦਾ ਮਤਲਬ ਹੈ ਕਿ ਇਹ ਹਰ ਇੱਕ ਜੋ ਛੋਟੀ ਬੈਕਟੀਰੀਆ ਹੈ, ਵਾਇਰਸ ਹੈ ਜਾਂ ਕੋਈ ਟੌਕਸਿਨ ਹੈ, ਜ਼ਹਿਰ ਹੈ, ਜਦੋਂ ਉਹ ਸਾਡੇ ਸਰੀਰ ਦੇ ਵਿੱਚ ਐਂਟਰ ਕਰਦੀ ਹੈ ਤੇ ਉਹ ਤੋਂ ਬਚਾਅ ਦੇ ਲਈ ਜਿਹੜੀ ਇਹ ਸਾਡੀ ਬਾਡੀ ਰਿਐਕਟ ਕਰਦੀ ਹੈ ਉਹਨੂੰ ਅਸੀਂ ਇਨੇਟ ਇਮਿਊਨਿਟੀ ਕਹਿੰਦੇ ਆ। ਇਹ ਕੋਈ ਸਪੈਸੀਫਿਕ ਨਹੀਂ ਹੁੰਦੀ ਔਰ ਇਹਦੇ ਵਿੱਚ ਇਹ ਹੈ ਕਿ ਸਾਡੇ ਜਿਹੜੇ ਬਾਡੀ ਦੇ ਸਿਸਟਮ ਹੈਗੇ ਆ, ਜਿਸ ਤਰ੍ਹਾਂ ਹੁਣ ਸਕਿਨ ਹੈ, ਇਹ ਸਾਨੂੰ ਪ੍ਰੋਟੈਕਟ ਕਰਦੀ ਹੈ। ਜਿਹੜੀਆਂ ਬਾਹਰਲੇ ਥ੍ਰਿਟਸ ਅਗਰ ਸਾਡੇ ਸਰੀਰ ਦੇ ਉੱਤੇ ਕੋਈ ਬੈਕਟੀਰੀਆ ਵਗੈਰਾ ਆਉਂਦੇ ਆ ਤੇ ਸਾਡੀ ਸਕਿਨ ਜਿਹੜੀ ਪਹਿਲੀ ਪ੍ਰੋਟੈਕਸ਼ਨ ਹੈਗੀ ਆ ਉਹ ਉਹਨੂੰ ਡਿਫੈਂਡ ਕਰਦੀ ਹੈਗੀ ਆ। ਫਿਰ ਸਾਡੇ ਬਾਡੀ ਦੇ ਵਿੱਚ ਮਿਊਕਸ ਮੈਂਬਰੇਨਸ ਹੈ, ਜਿਸ ਤਰ੍ਹਾਂ ਮੂੰਹ ਦੇ ਵਿੱਚ ਹੈ, ਨੱਕ ਦੇ ਵਿੱਚ ਹੈ, ਸਾਡੇ ਗੈਸਟ੍ਰੋਇੰਟੇਸਟਾਈਨਲ ਟ੍ਰੈਕਟ ਦੇ ਵਿੱਚ ਮਿਊਕਸ ਮੈਂਬਰੇਨ ਹੈ, ਇਹ ਸਾਰੀ ਪ੍ਰੋਟੈਕਟ ਕਰਦੀ ਹੈ ਤਾਂ ਕਿ ਕੋਈ ਵੀ ਬੈਕਟੀਰੀਆ, ਜਰਮਸ ਜਾਂ ਵਾਇਰਸ ਵਗੈਰਾ ਸਾਡੇ ਬਾਡੀ ਦੇ ਅੰਦਰ ਨਾ ਜਾ ਸਕੇ। ਤੇ ਤੀਸਰੀ ਚੀਜ਼ ਹੈਗੀ ਆ ਸਿਲੀਆ। ਸਿਲੀਆ ਜਦੋਂ ਨੱਕ ਦੇ ਵਿੱਚੋਂ ਵੀ ਵਾਲ ਹੈ, ਸਿਲੀਆ ਹੈ, ਸਾਡੇ ਰੈਸਪੀਰੇਟਰੀ ਜਿਹੜਾ ਸਾਹ ਦੀ ਪ੍ਰਣਾਲੀ ਹੈ ਉਹਦੇ ਵਿੱਚ ਵੀ ਛੋਟੇ ਛੋਟੇ ਸੂਖਸ਼ਮ ਸਿਲੀਆ ਜਾਂ ਵਾਲਾਂ ਨੂੰ ਅਸੀਂ ਕਹਿ ਸਕਦੇ ਹਾਂ, ਜਿਹੜੇ ਕਿ ਇਹਨਾਂ ਨੂੰ ਪ੍ਰੋਟੈਕਟ ਕਰਦੇ ਹੈਗੇ ਆ ਬਾਹਰਲੇ ਆਰਗੇਨਿਜ਼ਮ ਔਰ ਵਾਇਰਸਿਸ ਤੋਂ। ਫਿਰ ਇਹ ਜਿਹੜੀ ਅਸੀਂ ਬਲਗਮ ਕਹਿੰਦੇ ਆ, ਮਿਊਕਸ ਕਹਿੰਦੇ ਆ, ਉਹ ਵੀ ਇੱਕ ਤਰ੍ਹਾਂ ਦੀ ਸਾਡੀ ਪ੍ਰੋਟੈਕਸ਼ਨ ਹੈਗੀ ਆ। ਇਸ ਤਰ੍ਹਾਂ ਹੈ ਕਿ ਉਹ ਮਿਊਕਸ ਦੇ ਵਿੱਚ, ਉਹ ਬਲਗਮ ਦੇ ਵਿੱਚ ਜਿਹੜੇ ਬੈਕਟੀਰੀਆ ਹੈਗੇ ਆ ਉਹ ਇੰਟਰੈਪ ਹੋ ਜਾਂਦੇ ਆ ਔਰ ਅਸੀਂ ਬਲਗਮ ਜਿਹੜੀ ਹੈਗੀ ਆ ਖਾਂਸੀ ਦੇ ਨਾਲ ਜਾਂ ਅਸੀਂ ਆਪਣੇ ਹੁੱਤੂ ਦੇ ਨਾਲ ਉਹਨੂੰ ਬਾਹਰ ਕੱਢ ਦਿੰਦੇ ਆ। ਇਹ ਵੀ ਇੱਕ ਤਰ੍ਹਾਂ ਦੀ ਇੱਕ ਪ੍ਰੋਟੈਕਸ਼ਨ ਹੈਗੀ ਆ ਜਿਹੜੀ ਕਿ ਜਿਹਨੂੰ ਕਿ ਅਸੀਂ ਲੋਕ ਲਾਈਕ ਨਹੀਂ ਕਰਦੇ ਔਰ ਬਹੁਤੀ ਦਵਾਈਆਂ ਇਹਦੇ ਦੇ ਲਈ ਖਾਂਦੇ ਆ, ਪਰ ਇਹ ਪਰਮਾਤਮਾ ਨੇ ਇੱਕ ਤਰ੍ਹਾਂ ਦੀ ਸਾਡੀ ਪ੍ਰੋਟੈਕਸ਼ਨ ਦੇ ਲਈ ਸਾਨੂੰ ਦਿੱਤੀ ਹੋਈ ਹੈਗੀ ਆ। ਸਾਡੀ ਬਾਡੀ ਦੇ ਉੱਤੇ ਜਰਮਸ ਵੀ ਪਰਮਾਤਮਾ ਨੇ ਦਿੱਤੇ ਹੋਏ ਹੈਗੇ ਆ। ਸਾਡੀ ਬਾਡੀ ਦੇ ਉੱਤੇ ਜਾਂ ਸਾਡੇ ਸਰੀਰ ਦੇ ਵਿੱਚ ਜਰਮਸ ਦਾ ਬਹੁਤ ਰੋਲ ਹੈ। ਇਹ ਤਕਰੀਬਨ ਜਰਮ ਜਿਹੜੇ ਹੈਗੇ ਆ ਇਹ ਸਾਡੀ ਬਾਡੀ ਨੂੰ ਤਕਰੀਬਨ 80% ਜੋ ਸਾਡੇ ਬਾਡੀ ਦੇ ਉੱਤੇ ਜਰਮਸ ਹੈਗੇ ਆ ਉਹ ਸਾਡੇ ਫਰੈਂਡਲੀ ਆ, ਉਹ ਸਾਨੂੰ ਕੋਈ ਨੁਕਸਾਨ ਨਹੀਂ ਕਰਦੇ, ਸਗੋਂ ਸਾਨੂੰ ਫਾਇਦਾ ਕਰਦੇ ਆ। ਸਿਰਫ 20% ਐਸੇ ਜਰਮਸ ਹੈਗੇ ਆ ਜਿਹੜੇ ਕਿ ਪੈਥੋਜੈਨਿਕ ਹੈਗੇ ਆ ਔਰ ਸਾਡੇ ਬਿਮਾਰੀ ਦਾ ਕਾਰਨ ਬਣਦੇ ਹੈਗੇ ਆ। ਔਰ ਅਸੀਂ ਜਦੋਂ ਕਦੀ ਵੀ ਸਾਬਣ ਵਗੈਰਾ ਜਾਂ ਕੋਈ ਵੀ ਐਂਟੀਸੈਪਟਿਕ ਆਪਣੇ ਸਰੀਰ ਦੇ ਉੱਤੇ ਲਾਉਨੇ ਆ ਤੇ ਇਹਦਾ ਮਤਲਬ ਇਹ ਆ ਕਿ ਅਸੀਂ ਉਹ ਸਾਰੇ ਜਰਮਸ ਜਿਹੜੇ ਹੈਗੇ ਆ 80% ਜਿਹੜੇ ਸਾਡੇ ਫਰੈਂਡਲੀ ਆ ਔਰ ਜਿਹੜੇ 20% ਸਾਡੇ ਤੋਂ ਬਿਮਾਰੀ ਦੇ ਪ੍ਰੋਡਿਊਸ ਕਰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਖਤਮ ਕਰ ਦਿੰਦੇ ਆ, ਜਿਹਦਾ ਨੁਕਸਾਨ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਹੁੰਦਾ ਹੈਗਾ। ਔਰ ਇਸੇ ਲਈ ਮੈਂ ਹਮੇਸ਼ਾ ਕਹਿੰਦਾ ਆ ਕਿ ਜਿਹੜਾ ਸਾਬਣ ਤੁਸੀਂ ਆਪਣੀ ਬਾਡੀ ਦੇ ਉੱਤੇ ਲਗਾਉਂਦੇ ਆ ਇਹ ਵੀ ਬਿਲਕੁਲ ਠੀਕ ਨਹੀਂ ਹੈ। ਇਹਦੇ ਨਾਲ ਸਾਡੀ ਬਾਡੀ ਦੀ ਜਿਹੜੀ ਫਲੋਰਾ ਹੈਗੀ ਆ, ਜਿਹੜੀ ਸਾਡੇ ਬਾਡੀ ਦੇ ਉੱਤੇ ਜਰਮਸ ਹੈਗੇ ਆ ਉਹ ਸਾਰੇ ਖਤਮ ਹੋ ਜਾਂਦੇ ਆ ਔਰ ਸਾਡੀ ਬਾਡੀ ਦੀ ਇੱਕ ਤਰ੍ਹਾਂ ਦੀ ਖਾਸ ਪ੍ਰੋਟੈਕਸ਼ਨ ਜਿਹੜੀ ਕਿ ਬਹੁਤ ਜ਼ਰੂਰੀ ਹੈਗੀ ਆ ਉਹ ਨਹੀਂ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਜਿਹੜੀ ਖਾਂਸੀ ਕਰਦੇ ਆ ਅਸੀਂ ਜਾਂ ਕਦੀ ਛਿੱਕਾਂ ਆ ਜਾਂਦੀਆਂ ਆ, ਇਹ ਵੀ ਇੱਕ ਕਿਸਮ ਦਾ ਸਾਡੇ ਜਨਰਲ ਇਮਿਊਨਿਟੀ ਦਾ ਹਿੱਸਾ ਹੈ, ਕਿਉਂਕਿ ਖਾਂਸੀ ਜਦੋਂ ਉਦੋਂ ਹੀ ਆਏਗੀ ਜਦੋਂ ਸਾਡੇ ਖਾਂਸੀ ਵਾਲੀ ਨਾਲੀ ਦੇ ਵਿੱਚ ਜਾਂ ਰੈਸਪੀਰੇਟਰੀ ਦੇ ਵਿੱਚ ਕੋਈ ਨਾ ਕੋਈ ਮਤਲਬ ਕੋਈ ਪ੍ਰੋਬਲਮ ਆ ਗਈ ਹੁੰਦੀ ਹੈ। तो इस ਲਈ ਸਾਨੂੰ ਜ਼ਰੂਰੀ ਹੈਗਾ ਆ ਕਿ ਅਸੀਂ ਆਪਣੇ ਸਿਹਤ ਦਾ ਇਸ ਤਰ੍ਹਾਂ ਖਿਆਲ ਰੱਖੀਏ ਕਿ ਕੋਈ ਖਾਂਸੀ ਅਗਰ ਬਲਗਮ ਕੱਢਣ ਵਾਲੀ ਹੈ ਤਾਂ ਉਹਨੂੰ ਅਸੀਂ ਬਿਲਕੁਲ ਨਜ਼ਰਅੰਦਾਜ਼ ਕਰ ਦਈਏ ਤੇ ਬਾਅਦ ਦੇ ਵਿੱਚ सो इस तरह असी खांसी और जो स्नीजिंग ज्यादा अगर आ जाए फिर तो ओदी दवाई करनी है। अगर प्रोडक्टिव कफ हैगी आ, अगर ओदे विच तुहानू बलगम निकलदी आ
ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਕੋਈ ਐਕਸਪੈਕਟੋਰੈਂਟ ਲੈ ਲਈਏ ਜਿਹਦੇ ਨਾਲ ਕਿ ਅਸੀਂ ਬਲਗਮ ਨੂੰ ਕੱਢਣ ਦੇ ਵਿੱਚ ਆਪਣੇ ਬਾਡੀ ਦਾ ਸਾਥ ਦਈਏ। ਇਹ ਉਸ ਬਲਗਮ ਦੇ ਨਾਲ ਹੀ ਸਾਡੇ ਜਿਹੜੇ ਬੈਕਟੀਰੀਆ ਇਨਟ੍ਰੈਪ ਹੋਏ ਆ ਉਹ ਨਿਕਲ ਸਕਦੇ ਹੈਗੇ ਆ। ਦੂਜਾ ਸਿਸਟਮ ਹੈ ਇੰਟਰਫੇਰੋਨ ਦਾ ਮਤਲਬ ਹੈ ਇੰਟਰਫੀਅਰ ਕਰਨਾ। ਇਹ ਸਿਸਟਮ ਜਿਹੜਾ ਸਾਡੇ ਵਾਇਰਸਿਸ ਹੈਗੇ ਆ, ਜਿਸ ਤਰ੍ਹਾਂ ਕਿ ਫਲੂ ਦਾ ਵਾਇਰਸ ਹੈ, ਕਰੋਨਾ ਵਾਇਰਸ ਹੈ, ਇਹਨਾਂ ਦੀ ਜਿਹੜੀ ਰੈਪਲੀਕੇਸ਼ਨ ਹੈ ਜਾਂ ਡਿਵੀਜ਼ਨ ਹੈ ਉਹਨੂੰ ਰੋਕਣ ਦੇ ਵਿੱਚ ਇਹ ਸਿਸਟਮ ਬਹੁਤ ਕਾਰਗਰ ਹੈ ਔਰ ਇਹ ਸਾਡੇ ਸਰੀਰ ਦੇ ਵਿੱਚ ਕੰਮ ਕਰਦਾ ਹੈ। ਤੀਜੀ ਇਮਿਊਨਿਟੀ ਹੈ ਅਡੈਪਟਿਵ ਇਮਿਊਨਿਟੀ। ਇਹ ਬੜੀ ਸਪੈਸੀਫਿਕ ਇਮਿਊਨਿਟੀ ਸਾਡੇ ਬਾਡੀ ਦੇ ਵਿੱਚ ਹੈ ਔਰ ਇਹ ਐਂਟੀਬਾਡੀਜ਼ ਬਣਾ ਕੇ ਸਾਡੇ ਬਾਡੀ ਨੂੰ ਰੱਖਿਆ ਕਰਦੀ ਹੈ। ਕੋਈ ਵੀ ਜਰਮ ਜਿਹੜਾ ਸਾਡੇ ਬਾਡੀ ਦੇ ਵਿੱਚ ਐਂਟਰ ਕਰਦਾ ਹੈ ਉਹਦੇ ਅਗੇਂਸਟ ਉਸ ਦੇ ਮੁਤਾਬਕ ਹੀ ਐਂਟੀਬਾਡੀਜ਼ ਬਣ ਜਾਂਦੀਆਂ ਹਨ ਔਰ ਉਹ ਐਂਟੀਬਾਡੀਜ਼ ਅਗਰ ਦੁਬਾਰਾ ਉਹ ਜਰਮ ਸਾਡੀ ਬਾਡੀ ਦੇ ਵਿੱਚ ਐਂਟਰ ਕਰਦਾ ਹੈ ਤੇ ਉਹਨੂੰ ਉਹ ਮਾਰ ਦਿੰਦੀਆਂ ਹਨ, ਪਕੜ ਲੈਂਦੀਆਂ ਹਨ ਔਰ ਉਹਨੂੰ ਸਾਡਾ ਸਰੀਰ ਜਿਹੜਾ ਸਾਡੇ ਸਰੀਰ ਦੇ ਜਿਹੜੇ ਸੈੱਲ ਹੈਗੇ ਆ ਉਹ ਉਹਨੂੰ ਡਿਸਟਰੋਏ ਕਰ ਦਿੰਦੇ ਆ। ਇਸੇ ਲਈ ਜਿਹੜੀਆਂ ਐਂਟੀਬਾਡੀਜ਼ ਹੈਗੀਆਂ ਆ ਉਹ ਤਕਰੀਬਨ 7 ਤੋਂ 10 ਦਿਨ ਦੇ ਬਾਅਦ ਸਾਡੇ ਸਰੀਰ ਦੇ ਵਿੱਚ ਬਣਦੀਆਂ। ਜਦੋਂ ਬਿਮਾਰੀ ਸ਼ੁਰੂ ਹੁੰਦੀ ਆ ਉਹ ਤੋਂ 7 ਔਰ 10 ਦਿਨ ਦੇ ਬਾਅਦ ਦੇ ਵਿੱਚ ਇਹ ਜਿਹੜੀਆਂ ਐਂਟੀਬਾਡੀਜ਼ ਹੈਗੀਆਂ ਉਹ ਬਣਨੀਆਂ ਸ਼ੁਰੂ ਹੁੰਦੀਆਂ ਆ ਔਰ ਬਣਦੀਆਂ ਹਨ। ਇਹ ਜਿਸ ਤਰ੍ਹਾਂ ਤੁਸੀਂ ਕਈ ਵਾਰੀ ਆਪਣੀ ਰਿਪੋਰਟ ਦੇ ਵਿੱਚ ਵੀ ਦੇਖਿਆ ਹੋਏਗਾ ਕਿ IgA ਹੈ, IgG ਹੈ, IgM ਹੈ, D ਹੈ ਔਰ E ਹੈ। ਇਹ 5 ਤਰ੍ਹਾਂ ਦੀਆਂ ਜਿਹੜੀਆਂ ਐਂਟੀਬਾਡੀਜ਼ ਹੈਗੀਆਂ ਆ ਇਹ ਡਿਫਰੈਂਟ ਸਟੇਜਿਸ ਦੇ ਉੱਤੇ ਸਾਡੀ ਬਾਡੀ ਦੇ ਵਿੱਚ ਬਣਦੀਆਂ ਆ ਔਰ ਸਾਡੇ ਜਿਹੜੇ ਜਰਮਸ ਹੈਗੇ ਆ ਜਾਂ ਟੌਕਸਿਨਸ ਹੈਗੇ ਆ ਜਾਂ ਸਾਡੇ ਵਾਇਰਸਿਸ ਹੈਗੇ ਆ ਜਾਂ ਹੋਰ ਵੀ ਮਾਈਕਰੋ ਆਰਗੇਨਿਜ਼ਮਸ ਹੈਗੇ ਆ ਉਹਨਾਂ ਦੇ ਅਗੇਂਸਟ ਸਪੈਸੀਫਿਕ, ਜਿਸ ਤਰ੍ਹਾਂ ਟਾਈਫਾਈਡ ਹੈ ਉਹਦੇ ਲਈ ਸਪੈਸੀਫਿਕ ਸਾਡੀ ਬਾਡੀ ਦੇ ਵਿੱਚ ਐਂਟੀਬਾਡੀਜ਼ ਬਣ ਜਾਂਦੀਆਂ ਔਰ ਜਦੋਂ ਦੁਬਾਰਾ ਕਿਤੇ ਉਸ ਟਾਈਫਾਈਡ ਦਾ ਹਮਲਾ ਸਾਡੇ ਸਰੀਰ ਦੇ ਉੱਤੇ ਹੁੰਦਾ ਆ ਤਾਂ ਉਹ ਸਪੈਸੀਫਿਕ ਐਂਟੀਬਾਡੀਜ਼ ਸਾਡੇ ਬਾਡੀ ਦੇ ਵਿੱਚ ਪ੍ਰੈਜ਼ੈਂਟ ਹੈਗੀਆਂ ਆ ਔਰ ਜਦੋਂ ਉਹ ਦੁਬਾਰਾ ਸਾਡੇ ਸਰੀਰ ਦੇ ਵਿੱਚ ਐਂਟਰ ਕਰਦਾ ਉਹਦਾ ਜਰਮ ਤੇ ਉਹ ਨੈਚੁਰਲੀ ਉਸ ਨੂੰ ਉਹ ਐਂਟੀਬਾਡੀਜ਼ ਖਤਮ ਕਰ ਦਿੰਦੀਆਂ ਔਰ ਦੁਬਾਰਾ ਸਾਡੇ ਸਰੀਰ ਦੇ ਵਿੱਚ ਉਹਦੀ ਬਿਮਾਰੀ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਦੀ ਜਿਹੜੀ ਅਡੈਪਟਿਵ ਇਮਿਊਨਿਟੀ ਹੈਗੀ ਆ ਇਹ ਸਪੈਸੀਫਿਕ ਹੈ। ਸਪੈਸੀਫਿਕ ਬਿਮਾਰੀਆਂ, ਹਰ ਬਿਮਾਰੀ, ਹਰ ਤਰ੍ਹਾਂ ਦੇ ਵਾਇਰਸਿਸ, ਹਰ ਤਰ੍ਹਾਂ ਦੇ ਬੈਕਟੀਰੀਆ ਦੇ ਅਗੇਂਸਟ ਸਾਡੀ ਬਾਡੀ ਜਿੰਨੀਆਂ ਅਸੀਂ ਬਿਮਾਰੀਆਂ ਨੂੰ ਝੱਲਿਆ ਆ ਉਹ ਹਰ ਬਿਮਾਰੀ ਦਾ ਜਿਹੜੀ ਐਂਟੀਬਾਡੀਜ਼ ਹੈ ਉਹ ਸਾਡੇ ਸਰੀਰ ਦੇ ਵਿੱਚ ਇੱਕ ਵਾਰੀ ਬਣ ਗਈ ਆ ਔਰ ਸਾਡੀ ਬਾਡੀ ਦੇ ਵਿੱਚ ਮੈਮਰੀ ਹੋ ਗਈ ਆ ਕਿ ਜਦੋਂ ਉਹ ਦੁਬਾਰਾ ਉਹਦੇ ਨਾਲ ਸਾਡਾ ਇਨਕਾਊਂਟਰ ਹੋਏਗਾ ਔਰ ਅਸੀਂ ਉਹਦੇ ਲਈ ਕਾਫੀ ਤਿਆਰ ਹੋਵਾਂਗੇ ਔਰ ਉਹਨੂੰ ਅਸੀਂ ਰਜਿਸਟ ਕਰ ਸਕਾਂਗੇ ਔਰ ਉਹ ਬਿਮਾਰੀ ਸਾਡੇ ਸਰੀਰ ਦੇ ਵਿੱਚ ਨਹੀਂ ਹੋਏਗੀ। ਇਸ ਤੋਂ ਇਲਾਵਾ ਚੌਥੀ ਚੀਜ਼ ਹੈ ਮਾਈਕਰੋਬਾਇਓਮ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਬਾਡੀ ਦੇ ਵਿੱਚ ਜਿਹੜੇ ਬੈਕਟੀਰੀਆ ਹੈਗੇ ਆ, ਜਰਮਸ ਹੈਗੇ ਆ, ਤਕਰੀਬਨ ਇਹਨਾਂ ਦੀ ਮਾਤਰਾ ਜਿਹੜੀ ਹੈ 60 ਟ੍ਰਿਲੀਅਨ ਮਾਤਰਾ ਹੈ ਜਿਹੜੀ ਕਿ ਸਾਡੇ ਬਾਡੀ ਦੇ ਵਿੱਚ ਹੈ ਔਰ ਇਹ ਮਾਤਰਾ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਬਾਡੀ ਦੇ ਸੈੱਲ, ਕੱਲਾ ਸੈੱਲ ਜਿਹੜਾ ਹੈ ਉਹਦੀ ਗਿਣਤੀ 6 ਟ੍ਰਿਲੀਅਨ ਹੈ ਔਰ ਇਹ ਜਿਹੜੇ ਬੈਕਟੀਰੀਆ ਸਾਡੀ ਬਾਡੀ ਦੇ ਵਿੱਚ ਹੈਗੇ ਆ ਉਹ ਉਸ ਤੋਂ 10 ਗੁਣਾ ਜ਼ਿਆਦਾ ਆ, 60 ਟ੍ਰਿਲੀਅਨ। ਔਰ ਜਿਹੜੇ ਵਾਇਰਸਿਸ ਹੈਗੇ ਆ ਉਹ ਉਦੋਂ ਵੀ 6 ਗੁਣਾ ਜ਼ਿਆਦਾ ਹੈਗੇ ਆ, 360 ਟ੍ਰਿਲੀਅਨ। ਮਤਲਬ ਇਹ ਅਸੀਂ ਕਹਿੰਦੇ ਆ ਕਿ ਇਹ ਨਵਾਂ ਵਾਇਰਸ ਆ ਗਿਆ, ਨਵਾਂ ਬੈਕਟੀਰੀਆ ਆ ਗਿਆ ਜਾਂ ਇਹ ਆ ਗਿਆ। ਇੰਨੇ ਬੈਕਟੀਰੀਆ ਵਾਇਰਸਿਸ ਤਾਂ ਆਲਰੇਡੀ ਸਾਡੀ ਹਰ ਇੱਕ ਇਨਸਾਨ ਦੀ ਬਾਡੀ ਦੇ ਵਿੱਚ ਹੈਗੇ ਆ ਔਰ ਅਸੀਂ ਇਹਨਾਂ ਤੋਂ ਡਰੀ ਜਾਂਦੇ ਆ ਕਿ ਜੀ ਇਹ ਸਾਡੇ ਲਈ ਬਹੁਤ ਭਿਆਨਕ ਹੈ, ਇਸ ਤਰ੍ਹਾਂ ਹੈ। ਅਸੀਂ ਲੋਕਾਂ ਦੀ, ਗਵਰਨਮੈਂਟ ਨੇ ਵੀ ਔਰ ਸਾਰਿਆਂ ਨੇ ਵੀ ਬਹੁਤ ਸਾਨੂੰ ਇੱਕ ਤਰ੍ਹਾਂ ਦਾ ਸਕੇਅਰ ਕੀਤਾ ਹੋਇਆ ਆ, ਫੀਅਰ ਦਿੱਤਾ ਹੋਇਆ ਦਿਮਾਗ ਦੇ ਵਿੱਚ, ਕਿਉਂਕਿ ਇਹ ਜਿਹੜੇ ਬੈਕਟੀਰੀਆ ਹੈ, ਵਾਇਰਸਿਸ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ 80% ਤਾਂ ਸਾਡੇ ਫਰੈਂਡਲੀ ਹੈ। ਨਾਟ ਓਨਲੀ ਫਰੈਂਡਲੀ ਹੈ ਪਰ ਇਹ ਸਾਡੀ ਬਾਡੀ ਦੇ ਸਿਸਟਮ ਨੂੰ ਚਲਾਉਂਦੇ ਆ। ਇਹਨਾਂ ਦਾ ਜਿਹੜਾ ਜੀਨੋਮ ਹੈ ਉਹ 99% ਹੈ ਔਰ ਸਾਡੀ ਬਾਡੀ ਦਾ ਜੀਨੋਮ ਸਿਰਫ 1% ਹੈ। ਪਹਿਲਾਂ ਇਹ ਖਿਆਲ ਕੀਤਾ ਜਾਂਦਾ ਸੀ ਕਿ ਜਿਹੜਾ ਸਾਡੇ ਜੀਨਸ ਹੈਗੇ ਆ, ਸਾਡੀ ਬਾਡੀ ਦੇ ਜੀਨਸ ਹੈ, ਉਹ ਸਾਡੀ ਬਾਡੀ ਨੂੰ ਚਲਾਉਂਦੇ ਆ ਕਿ ਜਿਸ ਤਰ੍ਹਾਂ ਦਾ ਸਾਡਾ ਰੰਗ ਹੈ, ਜਿਸ ਤਰ੍ਹਾਂ ਦੀ ਸਾਡੀ ਹਾਈਟ ਹੈ, ਜਿਸ ਤਰ੍ਹਾਂ ਦਾ ਸਾਡਾ ਅੱਖਾਂ ਦਾ ਕਲਰ ਹੈ, ਜੋ ਵੀ ਜੀਨਸ ਅਸੀਂ ਆਪਣੇ ਪੇਰੈਂਟਸ ਤੋਂ ਲੈਂਦੇ ਆ
ਉਹੀ ਸਾਡੀ ਬਾਡੀ ਨੂੰ ਚਲਾਉਂਦੇ ਹਨ। ਪਰ ਜਦੋਂ ਇਹ 2003 ਦੇ ਵਿੱਚ ਹਿਊਮਨ ਜੀਨੋਮ ਦੀ ਰਿਸਰਚ ਹੋਈ ਆ, ਸਾਇੰਸਦਾਨਾਂ ਨੇ ਜੀਨੋਮ ਨੂੰ ਖੋਲਿਆ, ਉਹਦੇ ਵਿੱਚੋਂ ਪਤਾ ਲੱਗਾ ਕਿ ਸਾਡੇ ਸਿਰਫ